ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦਾ ਬਹੁਤ ਵੱਡਾ ਪਰਉਪਕਾਰ ਹੈ ਮਨੁੱਖਤਾ ਤੇ। ਉਹਨਾਂ ਨੇ 5 ਸਦੀਆਂ ਦੇ ਲੰਮੇਰੇ ਸਮੇਂ ਦੇ ਪੰਧ ਨੂੰ ਉਸ ਕੁਰਬਾਨੀ ਦੇ ਖਜ਼ਾਨੇ ਨੂੰ ਇਕੱਤਰ ਕੀਤਾ। 1604 ਦੇ ਵਿੱਚ ਕਰੀਬ 1173 ਵਿੱਚ ਸ਼ੇਖ ਫਰੀਦ ਦਾ ਜਨਮ ਹੈ। 1200 ਲਾ ਲਓ ਬਾਣੀ ਉਚਾਰੀ ਹੋਏਗੀ। 1200 ਤੋਂ ਲੈ ਕੇ 1604 ਤੱਕ ਦੇ ਸਮੁੱਚੇ ਖਜ਼ਾਨੇ ਨੂੰ ਰਾਮਸਰ ਦੇ ਕੰਢੇ ਬੈਠ ਭਾਈ ਗੁਰਦਾਸ ਜੀ ਦੇ ਹੱਥ ਕਲਮ ਪਕੜਾ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਦਿੱਤਾ। ਜਦੋਂ ਸਤਿਗੁਰੂ ਬਾਣੀ ਲਿਖਵਾ ਰਹੇ ਸਨ ਤਾਂ ਉਹਨਾਂ ਦਿਨਾਂ ਵਿੱਚ, ਉਹਨਾਂ ਸਮਿਆਂ 'ਚ ਜਿੱਥੇ ਸਿਆਣੇ ਦਾਨੇ ਲੋਕ ਇਕੱਠੇ ਹੋ ਕੇ ਬੈਠਦੇ ਸਨ, ਵਿਚਾਰ ਚੱਲਦੀ ਸੀ, ਉੱਥੇ ਸਿਕੰਦਰ ਦੀ ਤੇ ਇਬਰਾਹਿਮ ਦੀ ਵਾਰ ਗਾਈ ਜਾਂਦੀ ਸੀ। ਇਹ ਵਾਰ ਬੜੀ ਮਕਬੂਲ ਸੀ, ਆਮ ਲੋਕਾਂ ਦੀ ਜ਼ੁਬਾਨ ਤੇ ਸੀ। ਜਿੱਥੇ ਲੋਕ ਇਕੱਠੇ ਹੁੰਦੇ ਸਨ, ਇਸ ਵਾਰ ਨੂੰ ਢਾਡੀਆਂ ਕੋਲ ਗਵਾਇਆ ਜਾਂਦਾ ਸੀ। ਗੁਰੂ ਸਾਹਿਬ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਸਾਡੇ ਤੇ, ਕਿਉਂਕਿ ਜਿੰਨਾ ਮਿਊਜ਼ਿਕ ਹੈ ਨਾ, ਜਿੰਨਾ ਸੰਗੀਤ ਹੈ, ਇਹ ਸਾਡੇ ਮਨ ਨੂੰ ਮੋਮ ਕਰਨ ਵਾਸਤੇ ਹੈ। ਜਿੱਥੇ ਗੁਰਬਾਣੀ ਵਿੱਚ ਗੀਤ ਅਨੀਤੇ ਗਾਉਣ ਦੀ ਪਾਬੰਦੀ ਹੈ, ਉੱਥੇ ਰੱਬੀ ਗੀਤ ਗਾਉਣ ਦੀ ਪ੍ਰੇਰਨਾ ਵੀ ਹੈ। ਉੱਥੇ ਬਹੁਤ ਵੱਡੀ ਪ੍ਰੇਰਨਾ ਗੁਰਬਾਣੀ ਵਿੱਚ ਰੱਬ ਦੇ ਗੀਤ ਗਾਉਣ ਦੀ। ਸਤਿਗੁਰ ਜੀ ਨੇ ਬਚਨ ਬਖਸ਼ਿਸ਼ ਕੀਤੇ ਨੇ, ਗਾਓ ਪ੍ਰਭ ਕੇ ਗੀਤ, ਇਹਦੀ ਪ੍ਰੇਰਨਾ ਬਖਸ਼ਿਸ਼ ਕੀਤੀ। तो गुरुदेव ਦੇ ਮਨ ਵਿੱਚ ਇਹ ਵਿਚਾਰ ਸੀ ਕਿ ਜਿਹੜੀ ਇਹ ਵਾਰ ਹੈ, ਇਹਦੀ ਤਰਜ ਜਿਹੜੀ ਹੈ, ਇਹਦੀ ਟਿਊਨ ਜਿਹੜੀ ਹੈ, ਉਹ ਲੋਕਾਂ ਦੇ ਮਨਾਂ ਤੇ ਛਾਈ ਪਈ ਹੈ। ਫਰਕ ਸਿਰਫ ਇੰਨਾ ਹੈ, ਜਿਹੜੀ ਵਾਰ ਢਾਡੀ ਗਾਉਂਦੇ ਨੇ ਉਹਦੇ ਵਿੱਚ ਗੱਲ ਦੋ ਰਾਜਿਆਂ ਦੀ ਹੈ, ਗੱਲ ਦੋ ਅਮੀਰ ਬੰਦਿਆਂ ਦੀ ਹੈ। ਕਿਤੇ ਉਸੇ ਹੀ ਤਰਜ ਵਿੱਚ ਆਪਾਂ ਰੱਬੀ ਬਾਣੀ ਪਾ ਦਈਏ ਤੇ ਲੋਕੀ ਗਾਉਣ, ਉਹਨਾਂ ਦੇ ਦਿਲਾਂ ਤੇ ਅਸਰ ਹੋਵੇ, ਉਹ ਕਰਦੇ ਪੁਰਖ ਦੀ ਸਿਫਤ ਸਲਾਹ ਨਾਲ ਜੁੜ ਜਾਣ। तो गुरु अर्जन पातशाह जी महाराज ने बड़ी बड़ी कृपा की। ये गुजरी की वार है, गुजरी राग का नाम है। ਉਹਦੇ ਵਿੱਚ ਵਾਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਪਾਤਸ਼ਾਹ ਦੀ ਹੈ। ਇਹਦੀਆਂ 22 ਪੌੜੀਆਂ ਨੇ, ਇੱਕ ਇੱਕ ਪੌੜੀ ਦੇ ਨਾਲ 2-2 ਸ਼ਲੋਕ ਦਰਜ ਨੇ। ਇਹਦਾ ਮਤਲਬ 44 ਸ਼ਲੋਕ ਦਰਜ ਨੇ ਤੇ ਸ਼ਲੋਕ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ। ਕੇਵਲ ਇੱਕ ਸ਼ਲੋਕ ਕਬੀਰ ਸਾਹਿਬ ਦਾ ਹੈ। ਆਪਾਂ ਗੱਲ ਵਾਰਾਂ ਦੀ ਨਹੀਂ ਕਰ ਰਹੇ, ਆਪਾਂ ਗੱਲ ਧੁਨੀਆਂ ਦੀ ਕਰ ਰਹੇ ਹਾਂ, ਤਾਂ ਕਿ ਆਪਾਂ ਬਾਹਰ ਦੀ ਵਿਚਾਰ ਵਿੱਚ ਬਹੁਤਾ ਡੂੰਘਾ ਨਹੀਂ ਜਾਂਦੇ। 5 ਪੰਕਤੀਆਂ ਨੇ ਇਸ ਵਾਰ ਦੀ ਪੌੜੀ ਦੀਆਂ ਤੇ ਉਸ ਵੇਲੇ ਸਿਕੰਦਰ ਤੇ ਇਬਰਾਹਿਮ ਦੀ ਜਿਹੜੀ ਵਾਰ ਗਾਈ ਢਾਡੀਆਂ ਨੇ, ਉਸ ਵਾਰ ਦੀਆਂ ਵੀ 5 ਪੌੜੀਆਂ ਨੇ। ਹੋਰ ਵੀ ਹੋਣਗੀਆਂ ਲਿਖੀਆਂ ਹੋਈਆਂ, ਪਰ ਬਹੁਤੀਆਂ ਜਿਹੜੀਆਂ ਨੇ ਉਹ ਇੱਕ ਬਹੁਤੇ ਵਿਦਵਾਨਾਂ ਨੇ ਜਿਹੜੀਆਂ ਲਾਈਨਾਂ ਲਿਖੀਆਂ ਨੇ, ਮੈਂ ਉਹ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੀਆਂ ਕਰਾਂਗਾ। ਸ਼੍ਰੋਮਣੀ ਕਮੇਟੀ ਦੇ 2008 ਵਿੱਚ ਛਪਿਆ ਹੋਇਆ ਗੁਰਮਤਿ, ਜਿਹੜਾ ਉਹਨਾਂ ਦਾ ਮਾਸਿਕ ਰਸਾਲਾ ਹੈ, ਉਹਦੇ ਵਿੱਚੋਂ ਉਹਨਾਂ ਨੇ ਕੁਝ ਵੱਖਰੇਵੇਂ ਵਾਲੀਆਂ ਪੰਕਤੀਆਂ ਦਿੱਤੀਆਂ ਨੇ। ਉਹ ਵੱਖਰੀ ਗੱਲ ਹੈ, ਮੈਂ ਆਪਣੀ ਗੱਲ ਪਰ ਹੁਣ ਆਉਣਾ ਚਾਹੁੰਦਾ। ਜਿਨ੍ਹਾਂ ਦੀ ਧੁਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਅੰਕਿਤ ਹੈ, ਉਹ ਕੌਣ ਸਨ, ਉਹਨਾਂ ਦਾ ਕੀ ਪਿਛੋਕੜ ਹੈ, ਹੁਣ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸਿਕੰਦਰ ਅਤੇ ਇਬਰਾਹਿਮ
दो अपने वक्त के बहुत अमीर बंदे ने, किसी राजे लिखे है, किसी जगीरदार लिखे है, किसी राइस लिखे है। भाई कान सिंह नाभा, ज्ञानी हरबंस सिंह, प्रोफैसर सैफ सिंह होरी, श्रोमणी कमेटी की किताब जिहदा मैं जिक्र किया है, तो वक्खो वक्खरी विचारां ने, पर जिहड़ी गल नेड़े करिए वो हाकम सन वक्त दे। सिकंदर बड़ा धर्मी व्यक्ति दा सी, बहुत घट लोग ने ਜਿਹੜੇ सब कुछ पाके ते शुक्र करना जानते हैं। मैं विचों विचों गुरबाणी की सहारा लवांगा ताकि आपां नूं समझ लग जाए। एक वो लोग हुंदे ने जिहड़े जिसकी वस्त तिस आज्ञा राखै, प्रभ की आज्ञा माने मत है, उसते चौगन करे निहाल, नानक साहिब सदा दयाल। कदे इस पंक्ति के अर्थ इस तरह भी सोच के देखना, जिसकी वस्तु तिस आज्ञा राखै, जेड़े मालिक की दिती हुई वस्तु हमेशा उसे नूं अगे रखे, अपना ना अगे ना रखे। इनू इस तरह भी कदे विचार के देखिए, मालिक ने हल कर देंदा उस मनुख। एक दुनिया में वो लोग ने जेड़े मालिक दी दित्तियां दातां दा शुकराना करते हैं, उहनूं अगे रखते हैं, अपने आप नूं नहीं। घर मंदिर विच खलो के अपने घर दीयां समुचियां दातां विच खलो के हाथ जोड़ के कहंदे ने, जां तूं मेरे वल है तां क्या मुशंदा तुझ सब कुछ मैनूं सौंपिया, जां तेरा बंदा। दूजे वो भी लोग ने इस संसार के अंदर जिन्हां दी बिरती इस तरह की है, 10 वस्तु ले पाछे पावे, एक वस्त कारण वे खोट कवावे, एक पीना दे 10 भी गिर ले, मुंडा को कहा करे। कुछ वो लोग ने जेडे सिर्फ दातां दे दर ते हंकार पैदा कर लेंगे। सिकंदर बड़ा धर्मी व्यक्ति का बंदा है, नेक इंसान है, ਇਹਦੇ ਕੋਲ सब कुछ है, अमीरी है, पर नाल रब दा अदब पै सत्कार भी है। दूजे पासे जेड़ा इब्राहिम खान है, ਉਹਦੇ अंदर माया का प्रभाव बरत गया। ਜਦੋਂ माया का प्रभाव बरतदा है, ये समझ वाले दोए ਜਿਹੜੇ दरवाजे ने बंद कर दिंदी है। समझ लई, अकल लई, सियाणप लई, बाहरों किसी की सलाह लैण लई 2 दरवाजे ने मनुख दे कोल। एक दरवाजा अखां राहीं, जितना भी ज्ञान प्राप्त करने असीं पढ़ के किताबां ਉਹ अखां राहीं करने हैं। दूजी गल किसी दी अखां ना काम करदियां होण तां कन्नां राहीं सुन के ज्ञान प्राप्त करदा है। जितना भी ज्ञान साडे अंदर आउंदा है, वो कन्नां दे दरवाजे जां अखां दे दरवाजे राहीं आउंदा है। पर माया इहो जिहा प्रभाव पाउंदी है, ये दोवें दरवाजे मनुख दे बंद कर दिंदी, क्योंकि बाहरों ज्ञान बंद होएगा ते तद मेरी गल सुनेगा नहीं, मेरे इशारियां ते तद ही नचेगा। तो इहने दोवें दरवाजे मनुख दे बंद कर दिते। मायाधारी आत्म अन्ना बोला, शब्द ना सुनी। शब्द ना सुनी का मतलब ये नहीं बाहरों किसी की गल नहीं सुनता, वो उपदेश रूपी गुरु का शब्द नहीं सुनता, चंगी अकल की गल नहीं सुनता। शब्द ना सुनी, वह रोल कचोड़ा अपने जीवन की भटकना में पिया होया। इब्राहिम का जीवन जिहड़ा वो पाप वृत्ति वाला है, माड़ी वृत्ति वाला है। पाप ते मनुख बहुत करता है, पर कोई कोई कर्म जिहड़ा बहाना बन जाता है उसकी बेड़ी नूं डोबण वास्ते। इसी तरह इब्राहिम की जिंदगी का भी एक कर्म सी जिहड़ा उहदे जीवन की बेड़ी नूं डोबण का कारण बन गया। वो कारण की सी? इब्राहिम ने अपनी बेकारी वृत्ति ते काबू ना पा सकिया। बहुत बारी लोगों दीयां धीआं भैणां नूं गलत नज़र नाल वेखना, उन्हां दे नाल दूषित कर्म करना। लोग डरते कई बारी नहीं होंदे, या यूं कह लीए भी सियाणियां ने कहावतां बनाईयां ने, सकते जां सत्ती भी ही 100 हुंदा। गरीब दी धी नूं कोई विरला जिहड़ा अदब दी नज़र नाल वेखदा होवे। गरीब दी धी नूं मैं नाल शब्द वरतां, गरीब की धी को हर बंदा बेकारी नजर ना देखता। इब्राहिम ने एक गरीब पंडित, गरीब ब्राह्मण लिखिया विद्वाना ने, पर कोई भी हो जात बरादरी का मसला नहीं, एक गरीब की घरवाली
ਉਹਦਾ ਇਹਨੇ ਡੋਲਾ ਲੁੱਟ ਲਿਆ। ਡੋਲਾ ਲੁੱਟ ਕੇ ਲਿਆ ਕੇ ਆਪਣੇ ਘਰ। ਦੂਜੇ ਪਾਸੇ ਜਿਹੜੇ ਦਾ ਡੋਲਾ ਲੁੱਟਿਆ ਗਿਆ ਗਰੀਬ ਦਾ, ਉਹ ਸਿਕੰਦਰ ਦੀ ਗੋਦ ਵਿੱਚ ਚਲਾ ਗਿਆ, ਸਿਕੰਦਰ ਦੀ ਸ਼ਰਨ ਵਿੱਚ ਚਲਾ ਗਿਆ, ਸਿਕੰਦਰ ਦੇ ਬੂਹੇ ਤੇ ਚਲਾ ਗਿਆ ਦੁਖਿਆਰਾ ਬਣ ਕੇ। ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਇਵੇਂ ਦੁਖਿਆਰਾ ਬਣ ਕੇ ਆਉਂਦਾ ਸੀ ਤੇ ਵਕਤ ਦਾ ਹਾਕਮ ਉਹਦੀ ਗੱਲ ਸੁਣਦਾ ਸੀ। ਸਿਕੰਦਰ ਨੇ ਉਹਦੀ ਗੱਲ ਸੁਣੀ। ਸਿਕੰਦਰ ਦੇ ਮਨ ਵਿੱਚ ਬੜਾ ਰੋਸ ਜਾਗਿਆ ਵੀ ਗੁਲਾਮੇ ਦਾ ਚਰਚਾ ਦਾ ਇਹਦੀ ਪਹਿਲਾਂ ਵੀ ਸੀ। ਯਾਦ ਰੱਖਿਓ, ਮੈਂ ਬੇਨਤੀ ਕਰਾਂ, ਇਹ ਮੈਨੂੰ ਇਹ ਭੁਲੇਖਾ ਹੈ, ਇਹ ਮੈਨੂੰ ਇਹ ਭੁਲੇਖਾ ਹੈ ਵੀ ਮੇਰੇ ਬਾਰੇ ਚ ਲੋਕ ਚੰਗਾ ਸੋਚਦੇ ਨੇ, ਪਰ ਯਾਦ ਰੱਖਿਓ ਜੋ ਮੈਂ ਹਾਂ ਮੇਰੇ ਬਾਰੇ ਚ ਲੋਕੀ ਉਹੀ ਸੋਚਦੇ ਨੇ। ਕਈ ਵਾਰੀ ਕੋਈ ਮੂੰਹ ਤੇ ਨਹੀਂ ਕਹਿੰਦਾ, ਸਾਨੂੰ ਭੁਲੇਖਾ ਹੁੰਦਾ। ਉਹ ਇਬਰਾਹਿਮ ਦੀ ਚਰਚਾ ਤਾਂ ਪਹਿਲੀ ਬਹੁਤ ਹੋਈ ਸੀ ਇਸ ਗੱਲ ਦੀ ਵੀ ਉਹ ਦੁਸ਼ਟ ਕਰਮ ਕਰਦਾ ਹੈ, ਬੁਰੇ ਕਰਮ ਕਰਦਾ ਹੈ, ਪਾਪ ਕਰਮ ਕਰਦਾ ਹੈ। ਆਖਰ ਉਹ ਗੱਲ ਪ੍ਰਗਟ ਹੋ ਗਈ ਕਿ ਉਹ ਲੋੜਵੰਦ ਬੰਦਾ ਸੀ, ਜਿਹੜਾ ਗਰੀਬੜਾ ਸੀ, ਉਹ ਸਿਕੰਦਰ ਦੀ ਸ਼ਰਨ ਵਿੱਚ ਚਲਾ ਗਿਆ। ਸਿਕੰਦਰ ਨੇ ਉਸੇ ਵੇਲੇ ਪ੍ਰਬੰਧ ਕੀਤਾ ਤੇ ਪ੍ਰਬੰਧ ਕਰਕੇ ਇਬਰਾਹਿਮ ਨੂੰ ਲਲਕਾਰਿਆ। ਇਬਰਾਹਿਮ ਵੀ ਹੰਕਾਰੀ ਬੰਦਾ, ਉਹ ਕਿਹੜਾ ਏਡੀ ਜਲਦੀ ਮੰਨਣ ਵਾਲਾ ਵਿਕਾਰੀ ਬੰਦਾ। ਉਹ ਆਪਣੀ ਫੌਜ ਲੈ ਕੇ ਸਿਕੰਦਰ ਦੇ ਸਾਹਮਣੇ ਲੜਨ ਵਾਸਤੇ ਆ ਗਿਆ। ਡੋਲਾ ਵਾਪਸ ਦੇ ਕੇ ਗਲਤੀ ਤਾਂ ਕੀ ਮੰਨਣੀ, ਅਹਿਸਾਸ ਤਾਂ ਕੀ ਕਰਨਾ, ਬਲਕਿ ਸਿਕੰਦਰ ਦੇ ਮੁਕਾਬਲੇ 'ਚ ਲੜਨ ਵਾਸਤੇ ਆ ਗਿਆ। ਉਹਦੇ ਮਨ ਵਿੱਚ ਏਡਾ ਵੱਡਾ ਹੰਕਾਰ ਹੈ, ਉਹ ਨਹੀਂ ਗੱਲ ਸੱਚ ਨੂੰ ਸਮਝ ਰਿਹਾ। ਜਦੋਂ ਇਸ ਤਰ੍ਹਾਂ ਕਰਕੇ ਉਹ ਸਾਹਮਣੇ ਆਇਆ ਤੇ ਦੋਨਾਂ ਪਾਸਿਆਂ ਤੋਂ ਜੰਗ ਲੜਿਆ ਗਿਆ। ਜੰਗ ਬੜੀ ਬਹਾਦਰੀ ਨਾਲ ਲੜਿਆ ਗਿਆ ਤੇ ਚਾਰੇ ਪਾਸੇ ਇਸ ਗੱਲ ਦੀ ਚਰਚਾ ਹੋਈ ਤੇ ਸਾਰੇ ਪਾਸੇ ਇਸ ਗੱਲ ਦੀ ਵਿਚਾਰ ਹੋਈ। ਆਖਰਕਾਰ ਮੈਂ ਹਰ ਵਾਰੀ ਤੁਹਾਡੇ ਨਾਲ ਬੇਨਤੀ ਕਰਦਾ ਆ ਰਿਹਾ, ਇਹ ਗੱਲ ਚੇਤਾ ਰੱਖਿਓ, ਸੱਚਾਈ ਭਾਵੇਂ ਕਿਸੇ ਦੇ ਵਿਹੜੇ ਵਿੱਚ ਵੀ ਹੋਵੇ, ਥੋੜੇ ਸਮੇਂ ਲਈ ਸਾਨੂੰ ਲੱਗ ਸਕਦੀ ਹੈ ਵੀ ਕਮਜ਼ੋਰੀ ਹੋਗੀ, ਪਰ ਹਕੀਕਤ ਇਹ ਹੈ ਸੱਚਾਈ ਹਮੇਸ਼ਾ ਹੀ ਜਿੱਤਦੀ ਹੈ, ਕੂੜ ਹਮੇਸ਼ਾ ਹੀ ਹਾਰਦਾ ਹੈ। ਹੁਣ ਜਦੋਂ ਦੋਨਾਂ ਦਾ ਜੰਗ ਹੋ ਰਿਹਾ ਹੈ, ਉਸ ਵੇਲੇ ਦੀ ਵਾਰ ਨੂੰ ਉਸ ਵੇਲੇ ਦੇ ਲਿਖਾਰੀਆਂ ਲਿਖਿਆ ਤੇ ਢਾਡੀਆਂ ਨੇ ਗਾਇਆ। ਪਾਪੀ ਖਾਨ ਇਬਰਾਹਿਮ ਦਾ ਛੋਟਾ ਨਾਮ ਵਰਤਿਆ ਹੈ। ਪਾਪੀ ਖਾਨ ਇਬਰਾਮਪੁਰ ਚੜਿਆ ਸਿਕੰਦਰ ਆਪਣੀ ਫੌਜ ਲੈ ਕੇ ਚੜਿਆ ਉਸ ਦੁਖਿਆਰੇ ਦੀ ਮਦਦ ਕਰਨ ਵਾਸਤੇ। ਇੱਕ ਪਲ ਮੈਂ ਫਿਰ ਰੁਕਣ ਲੱਗਾ। ਇਸ ਨੂੰ ਬੜੀ ਧਿਆਨ ਨਾਲ ਸੁਣੋ ਤੇ ਬਹੁਤ ਗਜਬ ਦੀ ਸਿੱਖਿਆ ਸਾਨੂੰ ਮਿਲਦੀ ਹੈ। ਦੁਨੀਆ ਜਿਹੜੀ ਨਾ, ਸਮੁੱਚੀ ਦੁਨੀਆ, ਉਹ ਸਿਰਫ 3 ਕਾਰਨਾਂ ਕਰਕੇ ਭਟਕਦੀ ਹੈ। ਜਿਤਨੀ ਵੀ ਭਟਕਣਾ ਉਹ ਸਿਰਫ 3 ਕਾਰਨਾਂ ਕਰਕੇ। ਨੰਬਰ 1, ਦੁਨੀਆ ਕਾਮ ਕਰਕੇ ਭਟਕਦੀ ਹੈ। ਨੰਬਰ 2, ਦੁਨੀਆ ਦਾਮ ਕਰਕੇ ਭਟਕਦੀ ਹੈ। ਨੰਬਰ 3, ਦੁਨੀਆ ਨਾਮ ਕਰਕੇ ਭਟਕਦੀ ਹੈ। 3 ਹੀ ਕਾਰਨ ਨੇ ਭਟਕਣਾ ਦੇ। ਜਾਂ ਤਾਂ ਦੁਨੀਆ ਕਾਮ ਦੇ ਅਧੀਨ ਹੋਈ ਭਟਕਦੀ ਹੈ, ਬੜੀ ਦੁਨੀਆ ਜਿਹੜੀ ਵਿਕਾਰਾਂ ਦੀ ਦੁਨੀਆ 'ਚ ਖੱਚਤ ਹੈ। ਜਾਂ ਦੁਨੀਆ ਦਾਮ ਕਰਕੇ, ਦਾਮ ਦਾ ਮਤਲਬ ਹੈ ਪੈਸਾ, ਜਾਂ ਦੁਨੀਆ ਪੈਸੇ ਕਰਕੇ ਭਟਕਦੀ ਹੈ। ਜਾਂ ਤੀਜਾ ਕਾਰਨ ਹੈ ਦੁਨੀਆ ਨਾਮ ਕਰਕੇ ਭਟਕਦੀ ਹੈ। ਉਹ ਭਾਵੇਂ ਆਪਣਾ ਕਹਿ ਲੋ ਜਾਂ ਰੱਬ ਦਾ ਕਹਿ ਲੋ, ਉਹਦੀ ਖਾਤਰ ਵੀ ਭਟਕਦੇ ਨੇ ਲੋਕ। ਗੁਰੂ ਗ੍ਰੰਥ ਸਾਹਿਬ ਜੀ ਦਾ ਕਿੱਡਾ ਵੱਡਾ ਪਰਉਪਕਾਰ ਹੈ ਮਨੁੱਖਤਾ ਦੇ ਉੱਤੇ। ਸਤਿਗੁਰੂ ਜੀ ਨੇ ਸਾਡੇ ਜੀਵਨ ਦੀਆਂ 3 ਭੁੱਖਾਂ ਪਾਉਣ ਵਾਸਤੇ ਇਹ ਡਾਟਾ ਰੱਖ ਦਿੱਤੀਆਂ। ਥਾਲ ਵਿੱਚ 3 ਵਸਤੂ ਪਈ। ਕਿਹੜੀ? 7 ਦਾ ਮਤਲਬ ਹੈ ਆਚਰਨ, ਕਰੈਕਟਰ ਬੰਦੇ ਦਾ, ਚਾਲ ਚੱਲਣ ਬੰਦੇ ਦਾ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਪੜ੍ਹਦਾ ਹੈ, ਉਹਦਾ ਕਿਰਦਾਰ ਗੁਰੂ ਇਹੋ ਜਿਹਾ ਬਣਾ ਦਿੰਦਾ ਹੈ। ਉਹਨੇ ਜੀਵਨ ਵਿੱਚ ਵਿਕਾਰ ਭੋਗਣੇ ਤਾਂ ਬੜੀ ਦੂਰ ਦੀ ਬਾਤ ਹੈ। ਗੁਰੂ ਤੇ ਇੱਥੋਂ ਤੱਕ ਉਹਦੇ ਜੀਵਨ ਵਿੱਚ ਸਵੱਛਤਾ ਰੱਖ ਦਿੰਦਾ ਹੈ, ਉਹਦੀ ਅੱਖ ਵਿੱਚ ਵੀ ਮੈਲ ਨਹੀਂ ਆਉਣ ਦਿੰਦਾ। ਅੰਮ੍ਰਿਤ ਬਾਣੀ ਦਾ ਬਚਨ ਹੈ ਬੜਾ ਪਿਆਰਾ, ਬਹੁਤ ਵਾਰੀ ਪੜ੍ਹਦੇ ਸੁਣਦੇ ਹੋਵੋਗੇ। ਪਰ ਤੇਰੇ ਰੂਪ ਨਾ ਵੇਖੇ ਨੇਤਰ,
गुरु प्यार वाले अमृत वेले आसा की वार का कीर्तन करते हैं ते उदों गुरु एक गल कहंदा है, हर अमृत भिन्ने लोई ना मन प्रेम रतना राम राजे। इत्थे बस नहीं, जिस दिन गुरु कलगी वाले ने खंडे बाटे की पहुंच चुकाई, उस दिन भी उन्हें 5 छिट्टे अखां च पाए, पुत वे तैनूं अखां राहीं अमृत वेखना आ जाए, पुत वे तैनूं इस गल दा एहसास हो जाए, ये नेत्रो मेरे हर तुम पे जो धरी, हर बिन अवर ना देखो कोई, हर बिन अवर ना देखो कोई, नजरी हरने हत्या। ये अपने आप नूं आप ही वेख लेना चाहिए। जे मेरी अख विच हजे मैल है ते साईं दे डर ते मैं कबूल नहीं हो पाऊं। इब्राहिम दे उत्ते चढ़ के सिकंदर आया, पापी खान इब्राहिम ਉਹਦੇ ਉੱਤੇ ਕਹਿੰਦੇ ਚੜਿਆ ਸਿਕੰਦਰ ਆਪਣੀ ਫੌਜ ਲੈ ਕੇ ਚੜਿਆ, ਭੇੜ ਦੋਹਾਂ ਦਾ ਮੱਚਿਆ ਵੱਡ ਰਣ ਦੇ ਅੰਦਰ, ਦੋਨਾਂ ਦਾ ਆਪਸ ਵਿੱਚ ਇੱਕ ਦੂਜੇ ਨਾਲ ਟਾਕਰਾ ਹੋਇਆ। ਰਣ ਜੰਗ ਦੇ ਮੈਦਾਨ ਨੂੰ ਕਹਿੰਦੇ ਨੇ, ਕਹਿੰਦੇ ਇੱਥੇ ਬਸ ਨਹੀਂ ਫੜਿਆ ਖਾਨ ਇਬਰਾਹਿਮ ਨੂੰ, ਉਸ ਇਬਰਾਹਿਮ ਖਾਨ ਨੂੰ ਪਕੜ ਲਿਆ, कर बड़ अडंबर, बहुत बड़ा अडंबर करके फौजा लिया के चढ़ा के जंग लड़के ओनू सौखिया नहीं पकड़ना, ओनू औखे सौखे होके पकड़ लिया। बद्दा संगल पाए के जन कीले बंदर, कहंदे ओनू गल विच संगल पा के सिकंदर ने इवें बन लिया, जदों हार गया ओनू बन लिया जिवें एक बांदर नूं मदारी जिहड़ा है वो तमाशा दिखाने वाला बांदर नूं कीले नाल बन लेता है, इसे तरह इब्राहिम नूं उहने कीले नाल बन लिया। उहदियां भी खोजां वेखदियां ने, लोक भी वेखदे ने, कीते होए माड़े कर्म दा अज उहदी झोली विच कोई फल पै गया। मैं एक कुर्बानी दा वचन फिर कह के कर रहा चलांगा, बड़े ध्यान नाल सुनो। अन्न काई रतड़िया, अन्न मतलब दूजी जगह ते, अन्न काए रतड़िया बाट तो बेली राम, पाप कमाम दिया तेरा कोई ना बेली राम, कोई ना बेली कोई तेरा सदा पछुतावे, गुण गोपाल ना जपो रसना फिर कदों से दे आवे, तरबर विशुन्ने ना पाप जुगते, जम मग कौन अकेली, बिनवंत नानक बिन नाम हर के सदा फिरत दुखी। उस इब्राहिम नूं बन लिया, बद्दा संगल पाए के जल किले मंदर बंदर, कहंदे उहनूं बांदर वांगू बन लिया, अपने नाल ले गए, छड्डिया हुक्म मनाए के, अपना हुक्म मनाए के छड्डिया जग अंदर। कहते फिर जदों उस इब्राहिम ने अपनी गलती नूं मन्निया, एहसास किया, अगे वास्ते प्रण किया भी मैं कदे किसी की धी बच्ची नूं बुरी नजर नाल नहीं वेखांगा, तां उस वेले सिकंदर ने उन्हें छड्ड दिता। याद रखियो सूरमे कोल खिमा भी बहुत हुंदी है, माड़ा बंदा खिमा भी नहीं कर सकता, किसी नूं अपने वालों माफ भी नहीं कर सकता। माफ करना भी बहादुरी का काम है, निक्का काम नहीं होता। किसी को माफ कर देना भी बहुत बड़ी बहादुरी का काम है। सिकंदर ने इब्राहिम नूं एक गल मनवाई, उन्होंने दसिया भी भलिया धीआं बच्चियां सारियां दी साझियां होंदियां ने, तू अपनी परिवार दृष्टि विच रह, पर मनुख नूं माया अन्ना कर देंदी। एक वचन मेरे ख्याल विच होर आया, मैं वो भी तुहाडा कुर्बानी दा साझा करना चाहुंदा। सहस खटे लख को उठता है, तृप्त ना आवे माया पाछे पावे। हुण देखो अगली पंक्ति की है, जदों बहुत 4 पैसे खुले आ गए, फिर मनुख की करता है, दाते का शुक्र नहीं, फिर वो विकारी छावां ते जाण लग पैंदा है। सहस खटे लाको उठता आवे, तृप्त ना आवे माया पाछे पावे, अनक भोग विख्या के करे, न तृप्त आवे खप खप मरे। कहते विकारां दी दुनिया च तृप्ति चाहुंदा है,
पर विकारां दी दुनिया चों तृप्ति नहीं मिलती, बंदा भटक जाता है। सतगुरु जी ने कृपा करके उस वेले सिकंदर की नेक गल नूं, उस वेले सिकंदर की बहादुरी नूं, उस वेले सिकंदर की चंगियाई नूं, उस वेले इब्राहिम दे माड़े कर्मां नूं लोकां ने एक बार बना के गाया, ढाडियां बार बना के गाया, बड़ी मकबूल हुई है बार। गुरु अर्जन पातशाह जी महाराज ने भाई गुरदास जी नूं आग्या करी, कहन लगे इस वार दा उत्ते ना लिख, इस वार दे उत्ते इस गुरु अमरदास जी की वार नूं लोक गाया करनगे, ताकि ये पता लग जाए केवल ते केवल वार की ट्यून ही नहीं, ਇਹਦੇ ਵਿੱਚ ਦਿੱਤੀ ਹੋਈ ਸਿੱਖਿਆ ਇੱਕ ਵਿਕਾਰਾਂ ਦੀ ਦੁਨੀਆ ਵਿੱਚ ਮਨੁੱਖ ਕਿਵੇਂ ਅੰਨਾ ਹੋ ਕੇ ਆਪਣਾ ਜੀਵਨ ਗੁਜ਼ਾਰ ਲੈਂਦਾ ਹੈ, ਇੱਕ ਧਰਮ ਦਾ ਲੜ ਪਕੜ ਕੇ ਨੇਕ ਇਨਸਾਨ ਬਣ ਕੇ, ਤੇ ਉਹਦੀ ਚੰਗਿਆਈ ਜਿਹੜੀ ਹੈ। ਦੇਖੋ ਆਪਾਂ ਧਾਰਮਿਕ ਸਥਾਨਾਂ ਤੇ ਬੈਠ ਕੇ ਸਿਕੰਦਰ ਨਾਲ ਕੋਈ ਰਿਸ਼ਤਾ ਨਹੀਂ ਸਾਡਾ, ਇਹ ਉਹ ਵਾਲਾ ਸਿਕੰਦਰ ਨਹੀਂ ਹੈ। ਇਹ ਤਾਂ ਗੁਰੂ ਅਰਜਨ ਪਾਤਸ਼ਾਹ ਦੇ ਨੇੜੇ ਤੇੜੇ ਦੇ ਕਾਲ ਵਿੱਚ ਹੋਇਆ ਲੱਗਦਾ ਹੈ, ਕਿਉਂਕਿ ਬਹੁਤਾ ਪੁਰਾਣਾ ਨਹੀਂ ਸੀ। ਜੇ ਉਸ ਵੇਲੇ ਵੀ ਵਾਰ ਗਾਈ ਜਾਂਦੀ ਸੀ ਲੋਕਾਂ ਵਿੱਚ, ਤਾਂ ਬਹੁਤਾ ਪੁਰਾਣਾ ਨਹੀਂ ਸੀ। ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ 9 ਵਾਰਾਂ ਦੇ ਵਿੱਚੋਂ ਜਿਹੜੇ ਕਰੀਬ 5 ਨੇ ਉਹ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਮਕਾਲੀ ਨੇ, ਬਹੁਤੇ 4 ਨੇ ਜਿਹੜੇ ਅੱਗੇ ਪਿਛਲੇ ਦੇ ਸਮੇਂ ਵਿੱਚ ਨੇ, ਤੇ ਉਹਨਾਂ ਵਿੱਚੋਂ ਢਾਡੀ ਉਸ ਵੇਲੇ ਇਹਨਾਂ ਦੀ ਵਾਰ ਨੂੰ ਗਾਉਂਦੇ ਨੇ। ਦਾ ਮਤਲਬ ਇਹ ਕੋਈ ਬਹੁਤੀ ਲੰਮੇਰੇ ਸਮੇਂ ਦੀ ਬਾਤ ਨਹੀਂ, ਇਹ ਉਸ ਵੇਲੇ ਦੀ ਤਾਜ਼ੀ ਗੱਲ ਹੈ। ਸਤਿਗੁਰੂ ਜੀ ਨੇ ਉਹਦੀ ਵਾਰ ਦੇ ਉੱਤੇ ਗਾਉਣ ਦੀ ਤਾਕੀਦ ਕੀਤੀ ਸੀ। ਮੈਂ ਹੁਣ ਥੋੜਾ ਜਿਹਾ ਜ਼ਿਕਰ ਵਾਰ ਦਾ ਕਰਕੇ ਆਪਾਂ ਸਮੇਂ ਦੀ ਸਮਾਪਤੀ ਹੋ ਜਾਣੀ। ਇਹਦਾ ਜਿਹੜਾ ਬਚਨ ਲਿਖਿਆ ਹੋਇਆ, ਹੈਡਿੰਗ ਲਿਖਿਆ ਹੋਇਆ, ਗੁਰਬਾਣੀ ਵਿੱਚ ਹੋਰ ਵੀ ਐਸੇ ਬਚਨ ਆਏ ਨੇ, ਕੇਵਲ ਇਹੋ ਹੀ ਨਹੀਂ। ਗਾਇਕੀ ਦੀਆਂ ਹਦਾਇਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੱਲੀ ਕੱਲੀ ਚੀਜ਼ ਨੂੰ ਸਮਝਾਇਆ ਹੋਇਆ, ਕਿਤੇ ਵੀ ਬੰਦਾ ਮਿਸਗਾਈਡ ਨਹੀਂ ਹੋ ਸਕਦਾ। ਜਿਵੇਂ ਸੋਰਠ ਮਹੱਲਾ ਪਹਿਲਾ ਉੱਚੇ ਬਕਾਇਦਾ ਮਹੱਲਾ ਲਿਖ ਕੇ ਦੱਸਿਆ ਹੋਇਆ। ਫਿਰ ਜਿਵੇਂ ਸ੍ਰੀ ਰਾਗ ਦੀ ਆਰੰਭਤਾ ਹੁੰਦੀ ਹੈ, ਸ੍ਰੀ ਰਾਗ ਮਹੱਲਾ ਪਹਿਲਾ, ਉਹਨੂੰ ਇੱਕ ਨਹੀਂ ਪੜ੍ਹਨਾ, ਉਹ ਲਿਖਿਆ ਹੋਇਆ ਗਿਣਤੀ ਦਾ ਇੱਕ ਹੈ, ਪਰ ਉਹਨੂੰ ਇੱਕ ਨਹੀਂ ਪੜ੍ਹਨਾ, ਉਹਨੂੰ ਪਹਿਲਾਂ ਪੜ੍ਹਨਾ ਹੈ। ਤੇ ਸਤਿਗੁਰੂ ਜੀ ਨੇ ਨਾਲ ਪੱਪਾ ਹਾਹੇ ਨੂੰ ਸਿਆਰੀ ਲੱਲੇ ਨੂੰ ਕਰਨਾ ਕਿਵੇਂ ਲਿਖਿਆ ਹੈ ਵੀ ਇਹਦਾ ਨਾਮ ਕੀ ਹੈ। ਕਈ ਵਾਰੀ ਅਸੀਂ ਭੁਲੇਖਾ ਵੀ ਖਾ ਜਾਂਦੇ ਹਾਂ, ਜਿਵੇਂ ਅਰਦਾਸ ਦੇ ਵਿੱਚ ਬੋਲ ਹੈ 10ਵਾਂ ਪਾਤਸ਼ਾਹ, ਸਾਨੂੰ ਉਹ ਲੱਗਣ ਲੱਗ ਪੈਂਦਾ ਵੀ ਅਸੀਂ ਸ਼ਾਇਦ ਬਹੁਤਾ ਸਤਿਕਾਰ ਨਾਲ ਨਹੀਂ ਬੋਲਦੇ, ਤੇ ਕਈ ਵਾਰੀ ਲੋਕ ਸਤਿਕਾਰ ਨਾਲ ਬੋਲਣ ਲੱਗ ਪੈਂਦੇ ਨੇ 10ਵੇਂ ਪਾਤਸ਼ਾਹ। ਅਸਲ ਵਿੱਚ ਇਹ ਗਲਤ ਹੈ। 10ਵਾਂ ਪਾਤਸ਼ਾਹ ਕਿਉਂ ਕਹਿੰਦੇ ਆ? ਕਿਉਂਕਿ ਅਸੀਂ ਕਹਿੰਦੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲੇ ਦੂਜੇ ਨਹੀਂ ਕਹਿੰਦੇ। ਜਿੱਥੇ ਸਤਿਕਾਰ ਦੀ ਗੱਲ ਹੈ ਉੱਥੇ ਇਵੇਂ ਲਿਖਿਆ ਹੋਇਆ ਸਵਈਏ ਮਹੱਲੇ ਪਹਿਲੇ ਕੇ, ਉੱਥੇ ਪਹਿਲਾ ਨਹੀਂ, ਉੱਥੇ ਸਤਿਕਾਰ ਹੈ ਕਿਉਂਕਿ ਭੱਟ ਕਹਿ ਰਹੇ ਨੇ। ਜਿੱਥੇ ਗੁਰੂ ਜੀ ਨੇ ਆਪਣੇ ਵਾਸਤੇ ਆਪ ਲਿਖਿਆ ਉੱਥੇ ਸਿਰਫ ਮਹੱਲਾ ਲਿਖਿਆ ਹੋਇਆ, ਉੱਥੇ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, 9ਵਾਂ। ਤੇ ਜੇ ਇਹ ਇਵੇਂ ਨੇ ਕਿ 10ਵੇਂ ਨੂੰ ਵੀ ਅਸੀਂ 10ਵਾਂ ਕਵਾਂਗੇ, ਉਹ ਕਿਉਂਕਿ ਗੁਰਮਤਿ ਦੀ ਗੁਰੂਆਂ ਦੀ ਦਿੱਤੀ ਹੋਈ ਰੀਤ ਹੈ, ਸਾਡੀ ਨਹੀਂ ਬਣਾਈ। ਜੇ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, 9ਵਾਂ ਇਵੇਂ ਹੋ ਸਕਦਾ, ਫਿਰ ਉਹਨੂੰ 10ਵਾਂ ਕਵਾਂਗੇ, 10ਵੇਂ ਨਹੀਂ। ਮੈਂ ਆਪਣੀ ਗੱਲ ਵੱਲ ਵਾਪਸ ਆਵਾਂ। ਗੁਜਰੀ ਕੀ ਵਾਰ ਮਹੱਲਾ ਤੀਜਾ, ਗੁਜਰੀ ਰਾਗ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹ ਪਵਿੱਤਰ ਵਾਰ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਇਹ 508 ਤੇ 9 ਦੇ ਉੱਤੇ ਸ਼ੁਰੂਆਤ ਹੈ ਜੀ, ਤੇ ਇਹਦਾ ਜ਼ਿਕਰ ਮੈਂ ਤੁਹਾਡੇ ਨਾਲ ਪਹਿਲਾਂ ਕਰ ਚੁੱਕਾ ਹੋਇਆ। ਇਹਦੀਆਂ 22 ਪੌੜੀਆਂ ਨੇ, 44 ਸ਼ਲੋਕ ਨੇ ਨਾਲ ਅੰਕਿਤ ਕੀਤੇ ਹੋਏ। ਸਤਿਗੁਰੂ ਜੀ ਨੇ ਇਸ ਵਾਰ ਦੇ ਵਿੱਚ ਜਿਹੜਾ ਪ੍ਰਮੁੱਖ ਤੌਰ ਤੇ ਮਨੁੱਖ ਨੂੰ ਸੁਨੇਹਾ ਦਿੱਤਾ ਹੈ, ਉਹ ਇਸੇ ਗੱਲ ਵਿੱਚ ਸੁਨੇਹਾ ਦਿੱਤਾ ਹੈ ਵੀ ਜਦੋਂ ਤੱਕ ਮਨੁੱਖ ਵਿਕਾਰਾਂ ਦੀ ਦੁਨੀਆ ਵਿੱਚ ਭਟਕਦਾ ਹੈ, ਉਹਨਾਂ ਚਿਰ ਉਹ ਗੁਰਮਤਿ ਦੇ ਰਾਹ ਦਾ ਪਾਂਧੀ ਨਹੀਂ ਬਣ ਸਕਦਾ। ਗੁਰਮਤਿ ਦੇ ਰਾਹ ਦੇ ਪਾਂਧੀ ਬਣਨ ਵਾਸਤੇ ਜਿਵੇਂ ਜੀਵਨ ਵਿੱਚ ਕੁਝ ਨਾ ਕੁਝ ਸਾਨੂੰ ਆਪਣੇ ਅਜਮਾ ਕੇ ਰੱਖਣਾ ਪੈਂਦਾ ਹੈ। ਦਵਾਈ ਡਾਕਟਰ ਦਿੰਦਾ ਹੈ, ਪਰਹੇਜ਼ ਮਰੀਜ਼ ਨੂੰ ਰੱਖਣਾ ਪੈਂਦਾ। ਪਰਹੇਜ਼ ਡਾਕਟਰ ਨਹੀਂ ਰੱਖ ਸਕਦਾ, ਪਰਹੇਜ਼ ਮਰੀਜ਼ ਨੂੰ ਰੱਖਣਾ ਪੈਂਦਾ। ਉਪਦੇਸ਼ ਗੁਰੂ ਦਿੰਦਾ ਹੈ, ਉਪਦੇਸ਼ ਗੁਰੂ ਦਾ ਹੁੰਦਾ ਹੈ, ਪਰ ਉਪਦੇਸ਼ ਨੂੰ ਕਮਾ ਕੇ ਪਰਹੇਜ਼ ਮੈਂ ਰੱਖਣਾ। ਜੇ ਮੇਰਾ ਗੁਰੂ ਕਹਿੰਦਾ ਅੱਖ ਮੈਲੀ ਨਾ ਕਰ, ਇਹ ਮੈਂ ਰੱਖਣੀ ਅੱਖ ਮੈਲੀ ਹੋਣ ਤੋਂ ਬਚਾ ਕੇ।
मैं जुबान मैली होने तो कन मैली होने तो बचा के मैं रखने ने, क्योंकि परहेज है। गुरु के नाम रूप दवाई दे सकता है, पर परहेज मैनू रखना पड़ेगा। गुरु जी ने यह विचार बख्शिश की। इस वार की ट्यून के उत्ते, तर्ज के उत्ते गाउण लई सतगुरु जी ने सानू हुक्म किया हुआ है। तो गुरुदेव सच्चे पातशाह का बहुत बड़ा परोपकार है। उस वक्त के राजे महाराजिया की बिरती दिखा के सानू गुरबाणी नाल भी जोड़िया होया। सतगुरु कृपा करे असीं सच दे पांधी बन जाइए, सच नूं जीवन विच धारण कर लईए, ताकि मालिक दी रहमतां ते बख्शिशां दे पात्र बन सकीए। अगलेरी धुनी जिहड़ी है वो लैके तुहाडे नाल कल फिर दुबारा जिवें हाज़र होवांगा। भुल्लां चुकां दी खिमा अदब सत्कार नाल आखो जी वाहिगुरू जी का खालसा, वाहिगुरू जी की फतेह।